सतनाम श्री वाहिगुरु साहिब जीओ। तुद आगे अरदास हमारी, जीओ पिंड सब तेरा। कहो नानक सब तेरी वड्याई, कोई नाउ ना जाने मेरा। सुख दाता पै भंजनो, तिस आगे कर अरदास। मेहर करे जिस मेहरबान, तां कारज आवे रास। सुनी अरदास स्वामी मेरा, सर्व कला बन आई। प्रगट भई सगले जुग अंतर, गुरु नानक की वड्याई। प्रगट भई सगले जुग अंतर, गुरु नानक की वड्याई। जुगो जुगा टल चवर छदर तखत दे मालक, दसां पातशाहियां जी दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हाजूरी अंदर जुड़ बैठी गुरु प्यारी। गुरु सवारी गुरु की साजी साज के नवाजी, गुरु का खास रूप खालसा साध संगत जियो। आओ कुछ समय लई सतगुरु जी दे पावन पवित्र चरण कमलों के नाल मन विरतियां कागर करके जुड़ करके बहन की कृपालता करिए। समय और सवासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती है, वह विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालु सतगुरु जी बख्शिश रहमत कर रहे ने। कहंदे उस वेले सतगुरु जी ने थाने नगर दी जदों जंग जिती है, फतेह प्राप्त की है, सतगुरु जी की बख्शिश रहमत हुई है। इधरों सतगुरु जी ने हसन खान नूं भेज दिता लाहौर की धरती वेखे सारे खबरसार देण वास्ते। सतगुरु जी ने कह दिता जाके शाहजहां नूं दस दिओ कि किवें किवें विचार हुई, किवें जित सतगुरु जी ने प्राप्त की, किवें तुहाडी फौज दे जिहड़े वड्डी लश्कर सी उहनूं किवें मार दिता, वो सारा जाके दस दिओ। हसन खान ने सारी विचार दस दिती है। लला बेग नूं ਇਹਦੇ ਦੋਨੇ ਪੁੱਤਰਾਂ ਨੂੰ, ਇਹਦੇ ਭਾਣਜੇ ਨੂੰ ਔਰ ਭਰਾ ਨੂੰ ਕਿਵੇਂ ਮਾਰ ਦਿੱਤਾ। ਉਸ ਵੇਲੇ ਲਲਾ ਬੇਗ ਦੀ ਥਾਂ ਤੇ ਕਹਿੰਦੇ ਉਸ ਹਸਨ ਖਾਨ ਨੂੰ ਉਹਦੀ ਥਾਂ ਤੇ ਸੂਬੇਦਾਰ ਸੌਂਪ ਦਿੱਤਾ ਕਾਬਲ ਵਿਖੇ। ਤੇ ਬਾਅਦ ਵਿੱਚ ਇੱਧਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਬਖਸ਼ਿਸ਼ ਰਹਿਮਤ ਕਰ ਲੱਗੇ ਗੁਰੂ ਸਾਹਿਬ ਜੀ। जिस तलाब के उत्ते छपड़ी के उत्ते सतगुरु जी ने कब्जा किया सी युद्ध वेले,
ਉਹ ਛਪੜੀ ਦੇ ਨਜ਼ਦੀਕ ਵੱਡਾ ਟੋਆ ਪੁੱਟ ਕੇ ਉਹ ਸਾਰੇ ਜਦੋਂ ਧਰਤੀ ਵਿੱਚ ਦੱਬੇ ਉੱਤੇ ਇੱਕ ਥੜਾ ਬਣਾ ਦਿੱਤਾ ਗਿਆ। ਉਸ ਥੜੇ ਦੇ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਬਿਰਾਜਮਾਨ ਹੋਇਆ ਕਰਦੇ ਸਨ। ਦੀਵਾਨ ਸਜਾ ਕਰਕੇ ਬੈਠਦੇ ਸਨ, ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਹੁਣ ਸੰਗਤਾਂ ਜਿਹੜੀ ਇਧਰ ਮਾਲਵੇ ਇਲਾਕੇ ਦੀ ਸੰਗਤ ਹੈ, ਉਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਪਹੁੰਚਦੇ ਨੇ। ਸਤਿਗੁਰੂ ਜੀ ਤੋਂ ਅਮੋਲਕ ਬਚਨ ਅਮੋਲਕ ਉਪਦੇਸ਼ ਪ੍ਰਾਪਤ ਕਰਦੇ ਨੇ। ਕੋਈ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਨਮੁਖ ਕਿਵੇਂ ਪਹੁੰਚਦਾ, ਕੋਈ ਭੇਟਾ ਲੈ ਕੇ ਪਹੁੰਚਦਾ, ਕੋਈ ਸਤਿਗੁਰ ਦੇ ਸਨਮੁਖ ਸੇਵਾ ਸਿਮਰਨ ਦੇ ਆਧਾਰ ਤੇ ਪਹੁੰਚਦਾ। ਸਤਿਗੁਰ ਜੀ ਸਭ ਦੀਆਂ ਮਨੋਕਾਮਨਾ ਭਾਵਨਾਵਾਂ ਪੂਰੀਆਂ ਕਰਦੇ ਨੇ। ਇਹ ਨਿਥਾਣੇ ਨਗਰ ਦੇ ਨਜ਼ਦੀਕ ਜੰਗ ਯੁੱਧ ਇੱਥੇ ਸਤਿਗੁਰ ਜੀ ਨੇ ਕੀਤਾ। ਇਹ ਪਾਵਨ ਪਵਿੱਤਰ ਅਸਥਾਨ ਉੱਥੇ ਸਤਿਗੁਰ ਜੀ ਨੇ ਬਖਸ਼ਣਾ ਕੀਤਾ। ਸਮਾਂ ਪਿਆ, ਕਹਿੰਦੇ ਉੱਥੇ ਸੁੰਦਰ ਅਸਥਾਨ ਸਤਿਗੁਰੂ ਜੀ ਨੇ ਬਣਾਇਆ, ਜਿਸ ਦਾ ਨਾਮ ਗੁਰੂ ਸਰ ਰੱਖ ਦਿੱਤਾ। ਇਹਨੇ ਥਾਣੇ ਨਗਰ ਦੇ ਨਜ਼ਦੀਕ ਗੁਰੂ ਸਰ। ਸਤਿਗੁਰੂ ਜੀ ਕਹਿੰਦੇ ਇੱਥੇ ਸੰਗਤਾਂ ਦੂਰੋਂ ਦੂਰੋਂ ਆਇਆ ਕਰਨਗੀਆਂ, ਮਨ ਦੀਆਂ ਭਾਵਨਾ ਪੂਰੀਆਂ ਕਰਿਆ ਕਰਨਗੀਆਂ। ਉਹਨਾਂ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਵਰਤਿਆ ਕਰਨਗੀਆਂ। ਇਹ ਸਾਡੇ ਤੀਜੇ ਜੰਗ ਦੀ ਇੱਕ ਯਾਦਗਰੀ ਹੋਵੇਗੀ। ਜਿਹੜੀ ਤੀਜੀ ਜੰਗ ਹੋਈ ਹੈ ਸਾਡੇ ਵੱਲੋਂ ਇਹਨਾਂ ਤੁਰਕਾਂ ਦੇ ਨਾਲ, ਉਹਦੀ ਯਾਦਗਰੀ ਬਣ ਕੇ ਰਹੇਗੀ ਇਹ। ਤੇ ਸਤਿਗੁਰੂ ਜੀ ਉੱਥੇ ਸੰਗਤਾਂ ਨੂੰ ਉਪਦੇਸ਼ ਦਿੰਦੇ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ, ਸਤਿਗੁਰੂ ਜੀ ਤੋਂ ਸਰਵਣ ਕਰਦੀਆਂ ਕਿਵੇਂ ਕਿਵੇਂ ਜੰਗ ਯੁੱਧ ਮੈਦਾਨ ਦੇ ਵਿੱਚ ਥੋੜੇ ਸਿੱਖਾਂ ਦੇ ਨਾਲ ਬਹੁਤੇ ਤੁਰਕਾਂ ਨੂੰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਹ ਸਾਰੇ ਸੁਣ ਕੇ ਹੈਰਾਨ ਰਹਿੰਦੇ ਨੇ। 35,000 ਦੀ ਫੌਜ, ਜਿਨ੍ਹਾਂ ਵਿੱਚੋਂ ਕੁਝ ਕੁ ਬਚ ਗਏ ਸਨ, ਉਹ ਹਸਨ ਖਾਂ ਦੇ ਨਾਲ ਚਲੇ ਗਏ। ਸਾਰੇ ਹੈਰਾਨ ਹੁੰਦੇ। ਹੁਣ ਸਤਿਗੁਰੂ ਜੀ ਦੇ ਕੋਲ ਮੰਨ ਲਓ 500 ਹੋਵੇਗੀ ਫੌਜ, 1000 ਹੋਵੇਗੀ, 1500, 2000, 3000, 4000 ਹੋਵੇਗੀ, ਪਰ ਫੇਰ ਵੀ 3500 ਦੇ ਬਰਾਬਰ ਜੇਕਰ ਕੈਲਕੂਲੇਟਰ ਕਰਕੇ ਦੇਖੀਏ ਤੇ ਬਹੁਤ, ਕਹਿੰਦੇ 35,000 ਦੀ ਫੌਜ ਬਹੁਤ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ। ਆਪਾਂ ਇਤਿਹਾਸ ਸਰਵਣ ਕਰਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਜੀ ਦਾ, ਕਿ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਫੌਜ ਸਤਿਗੁਰ ਦੇ ਕੁਝ ਕੁ ਸਿੱਖਾਂ ਨੇ ਮਿੱਟੀ ਵਿੱਚ ਮਿਲਾ ਦਿੱਤੀ। ਹੁਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਤੋਂ ਪਹਿਲਾਂ ਦਾ ਇਹ ਇਤਿਹਾਸ ਹੈ, ਇਹ ਵਿਚਾਰ ਹੈ, ਇਹ ਵਾਰਤਾ ਹੈ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੈ। ਕੁਝ ਕੁ ਸਿੱਖਾਂ ਨੇ ਕਹਿੰਦੇ 35,000 ਦੀ ਫੌਜ ਮਾਰ ਦਿੱਤੀ, ਖਤਮ ਕਰ ਦਿੱਤੀ ਹੈ। ਤੇ ਜਿਹੜੀ ਸੰਗਤ ਆਉਂਦੀ ਹੈ ਗੁਰੂ ਪਿਆਰਿਓ, ਉਹ ਸੁਣ ਕੇ ਬੜੇ ਹੈਰਾਨ ਹੁੰਦੇ। ਕਹਿੰਦੇ ਇੱਕ ਮਨੁੱਖ 5 ਨਾਲ ਲੜ ਲਵੇਗਾ, 10 ਨਾਲ, 20 ਨਾਲ, ਇੱਥੇ ਤੇ ਇੱਕ ਮਨੁੱਖ ਦੀ ਹਜ਼ਾਰਾਂ ਦੇ ਨਾਲ ਗਿਣਤੀ ਪਏ ਹੁੰਦੀ ਹੈ, ਕਈ 100 ਦੇ ਨਾਲ ਗਿਣਤੀ ਹੁੰਦੀ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਇਦਾਂ ਕਰਕੇ ਆਪਣੇ ਸਿੱਖਾਂ ਦੀ, ਯੋਧਿਆਂ ਦੀ ਵੀਰਤਾ ਦੀਆਂ ਗੱਲਾਂ ਕਰਦੇ, ਸੰਗਤ ਦੇਖ ਕੇ ਸੁਣ ਕੇ ਹੈਰਾਨ ਹੋ ਰਹੀ ਹੈ। ਕਿਵੇਂ ਕਰਕੇ ਇਸ ਧਰਤੀ ਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਇਸ ਅਸਥਾਨ ਤੇ ਦੱਬ ਕੇ ਥੜਾ ਬਣਾ ਕੇ ਅਸੀਂ ਉਪਦੇਸ਼ ਦੇਣ ਲੱਗੇ ਦੇ ਉੱਤੇ, ਉਹਨਾਂ ਦੀ ਹਿੱਕ ਦੇ ਉੱਤੇ ਵਿਰਾਜਮਾਨ ਹੋ ਕੇ। ਤੇ ਇਦਾਂ ਸੰਗਤਾਂ ਸਤਿਗੁਰ ਦੇ ਸਨਮੁਖ ਹੁੰਦੀਆਂ, ਰੋਜ਼ਾਨਾ ਕੰਟੀਨਿਊ ਨਿਤਨੇਮ ਅਨੁਸਾਰ ਗੁਰੂ ਸਤਿਗੁਰ ਜੀ ਸਭ ਤੇ ਬਖਸ਼ਿਸ਼ਾਂ ਰਹਿਮਤਾਂ ਵਰਤਾਈ ਜਾਂਦੇ ਨੇ। ਤੇ ਇਧਰੋਂ ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਕਹਿੰਦੇ ਜੋਧ ਰਾਏ ਨੇ ਤੇ ਇਹਦੇ ਭਰਾ, ਕਹਿੰਦੇ ਜੋਧ ਰਾਏ ਦਾ ਭਰਾ ਸਲੇਮ ਸ਼ਾਹ, ਉਹਨੇ ਬੇਨਤੀ ਕੀਤੀ, ਦੋਨਾਂ ਨੇ ਰਲ ਕੇ ਕਹਿਣ ਲੱਗੇ, ਸਤਿਗੁਰੂ ਜੀ
ਆਪ ਜੀ ਦੀ ਕਿਰਪਾ ਰਹਿਮਤ ਵਰਤੀ। ਆਪਾਂ ਜਿਸ ਕਾਰਜ ਦੇ ਸੰਬੰਧ ਵਿੱਚ ਨਥਾਣੇ ਨਗਰ ਵਿਖੇ ਪਹੁੰਚੇ ਸਾਂ, ਜੋਧ ਰਾਏ ਤੇ ਸਲੇਮ ਸ਼ਾਹ ਬੇਨਤੀ ਕਰਦੇ, ਦੋਨੋਂ ਜਾਣੇ ਭਰਾ। ਉਹ ਕਹਿੰਦੇ ਸਤਿਗੁਰੂ ਜੀ ਆਪਾਂ ਇੱਥੇ ਜੰਗ ਜੁੱਧ ਫਤਿਹ ਪ੍ਰਾਪਤ ਕਰਨ ਵਾਸਤੇ ਆਏ ਸਾਂ, ਪਰ ਉਹ ਆਪ ਜੀ ਦੀ ਕਿਰਪਾ ਹੋ ਗਈ, ਜੰਗ ਵਿੱਚੋਂ ਫਤਿਹ ਪ੍ਰਾਪਤ ਹੋ ਗਈ ਹੈ। ਹੁਣ ਆਪਣਾ ਮਨੋਰਥ ਪੂਰਾ ਹੋ ਗਿਆ, ਆਪ ਜੀ ਕਿਰਪਾ ਕਰੋ। ਹੁਣ ਇੱਥੋਂ ਚੱਲ ਕੇ ਸਾਡੇ ਕਾਂਗੜ ਨਗਰ ਵਿਖੇ ਚੱਲੋ। ਕਾਂਗੜ ਨਗਰ ਹੈ ਜੋਧ ਰਾਏ ਦਾ, ਇਹਦਾ ਭਰਾ ਸਲੀਮ ਸ਼ਾਹ, ਇਹਨਾਂ ਦਾ ਨਗਰ ਕਾਂਗੜ ਹੈ। ਸਤਿਗੁਰੂ ਜੀ ਤੁਸੀਂ ਚੱਲੋ, ਹੁਣ ਚੱਲ ਕੇ ਉੱਥੇ ਬਖਸ਼ਿਸ਼ਾਂ ਰਹਿਮਤਾਂ ਕਰੋ। ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਜੋਧ ਰਾਏ ਜੀ, ਸਲੀਮ ਸ਼ਾਹ ਜੀ, ਅਜੇ ਜਾਣਾ ਸਾਡਾ ਠੀਕ ਨਹੀਂ, ਥੋੜਾ ਸਮਾਂ ਉਡੀਕ ਕਰ ਲਈਏ। ਕੀ ਪਤਾ ਜਦੋਂ ਸ਼ਾਹਜਹਾਨ ਨੂੰ ਪਤਾ ਲੱਗਿਆ ਕਿ ਮੇਰੀ ਇੰਨੀ ਫੌਜ ਦਾ ਘਾਣ ਕਰ ਦਿੱਤਾ, ਉਹ ਗੁੱਸੇ ਦੇ ਵਿੱਚ ਆਵੇਗਾ। ਹੋ ਸਕਦਾ ਉਹ ਗੁੱਸੇ ਨੂੰ ਤਿਆਗ ਵੀ ਦੇਵੇ, ਆਪਣੀ ਮੱਤ ਤੋਂ ਕੰਮ ਲੈ ਲਵੇ। ਹੋ ਸਕਦਾ ਤੁਸੀਂ ਇਉਂ ਕਰੋ, ਥੋੜੇ ਸਮੇਂ ਲਈ ਇੰਤਜ਼ਾਰ ਕਰੋ। ਇਹ ਨਾ ਹੋਵੇ ਕਿ ਸ਼ਾਹਜਹਾਨ ਆਪਣੀ ਫੌਜ ਹੋਰ ਭੇਜ ਦੇਵੇ ਤੇ ਬਾਅਦ ਵਿੱਚ ਇੱਥੇ ਸਿੱਖਾਂ ਦਾ ਨੁਕਸਾਨ ਕਰੇ, ਅਸੀਂ ਇਹ ਨਹੀਂ ਚਾਹੁੰਦੇ। ਸਤਿਗੁਰੂ ਜੀ ਕਹਿੰਦੇ ਕੁਝ ਕੁ ਸਮਾਂ ਹੋਰ ਉਡੀਕ ਕਰ ਲਈਏ। ਜਦੋਂ ਸਮਾਂ ਬਤੀਤ ਹੁੰਦਾ ਗਿਆ, ਇਦਾਂ ਕਾਫੀ ਲੰਮਾ ਸਮਾਂ ਬਤੀਤ ਹੋਇਆ। ਜੋਧ ਰਾਏ ਤੇ ਸਲੇਮ ਸ਼ਾਹ ਨੇ ਫੇਰ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਕਿਰਪਾ ਕਰੋ, ਚੱਲੋ ਸਾਡੇ ਨਗਰ ਵਿਖੇ, ਹੁਣ ਤੇ ਬਹੁਤ ਸਮਾਂ ਹੋ ਗਿਆ। ਜੇਕਰ ਸ਼ਾਹਜਹਾਨ ਨੇ ਸਾਡੇ ਤੇ ਚੜ੍ਹਾਈ ਕਰਕੇ ਆਉਣਾ ਸੀ, ਆ ਵੀ ਜਾਣਾ ਸੀ, ਪਰ ਹੁਣ ਨਹੀਂ। ਹੋ ਸਕਦਾ ਉਹਦੀ ਮੱਤ ਟਿਕਾਣੇ ਆ ਗਈ, ਉਹਨੂੰ ਅਹਿਸਾਸ ਹੋਇਆ ਹੋਵੇਗਾ। ਕਈ ਦਫਾ ਕਈ ਮਨੁੱਖ ਗਲਤੀ ਕਰ ਬੈਂਦੇ ਨੇ, ਪਰ ਉਹਨਾਂ ਨੂੰ ਬਾਅਦ ਵਿੱਚ ਅਹਿਸਾਸ ਹੁੰਦਾ ਕਿ ਕੰਮ ਮਾੜਾ ਏ। ਇਹ ਕਾਰਜ ਦੇ ਵਿੱਚ ਕਿਸੇ ਗਰੀਬ ਗੁਰਬੇ ਨਾਲ ਧੱਕਾ ਹੋ ਗਿਆ ਤੇ ਮਾੜੀ ਵਿਚਾਰ ਦੇ ਬਾਅਦ ਵਿੱਚ ਪਤਾ ਲੱਗਦਾ ਤੇ ਪਛਤਾਉਂਦਾ ਵੀ ਇਹ ਮਨੁੱਖ। ਹੁਣ ਕਿਸੇ ਤੋਂ ਪਤਾ ਲੱਗਿਆ ਕਿ ਸ਼ਾਹਜਹਾਨ ਦੇ ਦਰਬਾਰ ਦੇ ਵਿੱਚ ਭਰੀ ਸਜ਼ਾ ਦੇ ਵਿੱਚ ਹਸਨ ਖਾਨ ਨੂੰ ਵੱਡੀ ਪਦਵੀ ਪ੍ਰਾਪਤ ਹੋ ਗਈ ਹੈ ਤੇ ਸ਼ਾਹਜਹਾਨ ਨੇ ਬੇਅੰਤ ਪਛਤਾਵਾ ਕੀਤਾ ਇਸ ਗੱਲ ਦਾ ਕਿ ਸਤਿਗੁਰੂ ਜੀ ਤੇ ਮੈਂ 35,000 ਦੀ ਫੌਜ ਚੜਾ ਕੇ ਭੇਜੀ ਹੈ। ਉਹ ਕਹਿੰਦਾ ਪਹਿਲਾਂ ਮੈਂ ਇੱਕ ਬਾਜ ਪਿੱਛੇ, ਪੰਛੀ ਪਿੱਛੇ 7,000 ਦੀ ਫੌਜ, ਕਹਿੰਦੇ ਲੋਹਗੜ੍ਹ ਦੇ ਕਿਲੇ ਵੇਖੇ ਇਹਨਾਂ ਨੇ ਫਤਿਹ ਕਰ ਦਿੱਤੀ ਹੈ, ਜੰਗ ਦੇ ਵਿੱਚ ਮਾਰ ਦਿੱਤੀ 7,000 ਦੀ ਫੌਜ। ਮੈਂ ਉਹ ਫੌਜ ਭੇਜੀ 7,000 ਦੀ ਚੜਾ ਕੇ। ਕਹਿੰਦੇ ਜਿਹੜਾ ਬਹੁਤਾ ਬੁੱਧੀਵਾਨ ਮਨੁੱਖ ਹੋਵੇ, ਬਹੁਤਾ ਸਿਆਣਾ ਹੋਵੇ, ਉਹ ਥੋੜੇ ਜਿੱਥੇ ਕੋਈ ਨੁਕਸਾਨ ਹੁੰਦਾ ਹੋਵੇ, ਥੋੜਾ ਨੁਕਸਾਨ ਹੈ, ਬਹੁਤਾ ਲਾਭ ਹੈ, ਕਹਿੰਦੇ ਉਸ ਕਾਰਜ ਨੂੰ ਤੇ ਕਰ ਲੈਂਦਾ। ਪਰ ਜਿਹੜਾ ਮਨੁੱਖ ਸੋਚਦਾ ਕਿ ਜਿੱਥੇ ਬਹੁਤਾ ਨੁਕਸਾਨ ਹੈ, ਲਾਭ ਥੋੜਾ ਹੈ, ਉਹ ਕੰਮ ਕਰਦਾ ਹੀ ਨਹੀਂ ਬੁੱਧੀ ਮਨੁੱਖ। ਕਹਿੰਦੇ ਇਸੇ ਕਰਕੇ ਮੈਂ ਪਤਾ ਨਹੀਂ ਕਿਵੇਂ ਗਲਤੀ ਕਰ ਬੈਠਾ, ਇੱਕ ਛੋਟੇ ਜਿਹੇ ਬਾਜ ਪਿੱਛੇ ਸਤਿਗੁਰੂ ਜੀ ਦੇ ਨਾਲ ਲੜਾਈ ਕੀਤੀ, 7,000 ਦੀ ਫੌਜ ਭੇਜੀ, ਗੁਰੂ ਸਤਿਗੁਰੂ ਜੀ ਨੇ ਮਾਰ ਦਿੱਤੀ। ਹੁਣ 2 ਘੋੜੇ ਸਨ, ਦਿਲਬਾਗ ਤੇ ਗੁਲਬਾਗ। ਗੁਲਬਾਗ ਜਿਹਦਾ ਨਾਮ ਗੁਰੂ ਸਾਹਿਬ ਨੇ ਸੁਹੇਲਾ ਰੱਖਿਆ, ਉਹਦੇ ਜੰਗੇ ਮੈਦਾਨ ਵਿੱਚ ਮਰ ਗਿਆ, ਸ਼ਹੀਦ ਹੋ ਗਿਆ ਘੋੜਾ। ਜੇ ਮੇਰੇ ਕੋਲੇ ਰਹਿੰਦਾ ਉਹ ਕਿਹੜਾ ਨਾ ਮਰਦਾ, ਇੱਕ ਨਾ ਇੱਕ ਦਿਨ ਉਹਨੇ ਮਰ ਹੀ ਜਾਣਾ ਸੀ, ਚਲੇ ਜਾਣਾ ਸੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਪ੍ਰਤੀ ਇਦਾਂ ਦੀ ਉਹਨੇ ਵਿਚਾਰ ਕੀਤੀ। ਸ਼ਾਹਜਹਾਨ ਨੇ ਵਜ਼ੀਰ ਖਾਨ ਦੀਆਂ ਗੱਲਾਂ ਨੂੰ ਸੁਣ ਕੇ ਉਹ ਕਹਿੰਦਾ ਕੋਈ ਗੱਲ ਨਹੀਂ, ਸਤਿਗੁਰੂ ਜੀ ਦੇ ਨਾਲ ਮੈਂ ਅੱਜ ਤੋਂ ਬਾਅਦ ਵਿਰੋਧ ਨਹੀਂ ਕਰਾਂਗਾ। ਉਹਨੇ ਸਾਰਾ ਵਿਰੋਧ ਖਤਮ ਕਰ ਦਿੱਤਾ ਸ਼ਾਹਜਹਾਨ ਨੇ। ਤੇ ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਕਿ ਵਾਕਈ ਸ਼ਾਹਜਹਾਨ ਨੇ ਮਨ ਦੇ ਵਿੱਚੋਂ ਵਿਕਾਰ ਤਿਆਗ ਦਿੱਤੇ ਨੇ। ਉਸ ਵੇਲੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਜੋਧ ਰਾਏ ਨੇ, ਸਲੇਮ ਸ਼ਾਹ ਨੇ, ਦੋਨਾਂ ਭਰਾਵਾਂ ਨੇ, ਸਤਿਗੁਰੂ ਜੀ ਹੁਣ ਚੱਲੋ, ਸਾਡੀ ਭਾਵਨਾ ਪੂਰੀ ਕਰੋ। ਸਤਿਗੁਰੂ ਜੀ ਨੇ ਵਿਚਾਰ ਕੀਤੀ, ਭਾਈ ਚੱਲਾਂਗੇ ਥੋੜੇ ਸਮੇਂ ਬਾਅਦ, ਤਿਆਰੀਆਂ ਕਰੋ ਸਿੱਖੋ। ਤਿਆਰੀਆਂ ਕੀਤੀਆਂ ਗਈਆਂ। ਸਤਿਗੁਰੂ ਜੀ
ਦਿਲਬਾਗ ਘੋੜੇ ਕੋਲ ਗਏ ਨੇ। ਗੁਲਬਾਗ ਘੋੜਾ ਤੇ ਮਰ ਚੁੱਕਿਆ, ਸ਼ਹੀਦ ਹੋ ਗਿਆ ਜੰਗ ਮੈਦਾਨ ਵਿੱਚ, ਜਿਹਦਾ ਨਾਮ ਸੁਹੇਲਾ ਰੱਖਿਆ ਸੀ। ਹੁਣ ਸਤਿਗੁਰੂ ਜੀ ਉਸ ਵੇਲੇ ਦਿਲਬਾਗ ਘੋੜੇ ਦੇ ਗਏ ਕੋਲੇ, ਜਿਹਦਾ ਨਾਮ ਗੁਰੂ ਨੇ ਜਾਨ ਭਾਈ ਰੱਖਿਆ। ਇਹਦਾ ਨਾਮ ਜਾਨ ਭਾਈ ਰੱਖ ਦਿੱਤਾ। ਹੁਣ ਜਦੋਂ ਗੁਲਬਾਗ ਘੋੜਾ ਮਰ ਗਿਆ ਜੰਗ ਵਿੱਚ, ਉਹ ਦੋਨੋਂ ਘੋੜੇ ਆਪਸ ਦੇ ਵਿੱਚ ਪਿਆਰ ਪਾਈ ਬੈਠੇ ਸਨ। ਭਰਾਵਾਂ ਵਰਗਾ ਰਿਸ਼ਤਾ ਸੀ, ਰਿਲੇਸ਼ਨ ਸੀ ਉਹਨਾਂ ਦੋਨਾਂ ਦੇ ਘੋੜਿਆਂ ਦੇ। ਇੱਕ ਘੋੜਾ ਵੱਖ ਹੋ ਜਾਂਦਾ ਸੀ, ਦੂਜਾ ਜੀ ਨਹੀਂ ਸੀ ਲਾਉਂਦਾ। ਪੱਠਾ ਡੱਕਾ ਪਾਣੀ ਸਭ ਤਿਆਗ ਦਿੰਦਾ ਸੀ, ਖਾਣਾ ਪਸੰਦ ਨਹੀਂ ਸੀ ਕਰਦਾ। ਹੁਣ ਜਦੋਂ ਦੇਖਿਆ ਸਤਿਗੁਰੂ ਜੀ ਨੇ ਦਿਲਬਾਗ ਘੋੜੇ ਦਾ ਹਾਲ, ਸਤਿਗੁਰੂ ਜੀ ਕਹਿੰਦੇ ਅਸੀਂ ਤੇ ਅਸਵਾਰੀ ਕਰਕੇ ਦੀ ਜਾਣਾ ਹੈ, ਇੱਧਰ ਕਾਂਗੜ ਨਗਰ ਵਿਖੇ ਰਸਤੇ ਵਿੱਚ ਬਖਸ਼ਿਸ਼ਾਂ ਹੋਰ ਕਰਨੀਆਂ ਸਿੱਖਾਂ ਤੇ, ਪਰ ਸਾਡਾ ਘੋੜਾ ਕਹਿੰਦੇ ਖਾਣਾ ਪੀਣਾ ਤਿਆਗ ਚੁੱਕਿਆ, ਇਹਦਾ ਜੀ ਨਹੀਂ ਲੱਗਦਾ ਗੁਲਬਾਗ ਘੋੜੇ ਤੋਂ ਬਿਨਾਂ, ਸੁਹੇਲੇ ਤੋਂ ਬਿਨਾਂ। ਉਸ ਵੇਲੇ ਸਤਿਗੁਰੂ ਜੀ ਘੋੜੇ ਕੋਲ ਗਏ, ਜਾ ਕੇ ਘੋੜੇ ਦੇ ਕੰਨ ਦੇ ਵਿੱਚ ਕੁਝ ਵਿਚਾਰਾਂ ਕਹੀਆਂ ਨੇ। ਸਤਿਗੁਰੂ ਜੀ ਨੇ ਕੰਨ ਦੇ ਵਿੱਚ ਇਹ ਕਿਹਾ ਘੋੜੇ ਦੇ, ਕਹਿੰਦੇ ਦੇਖ ਭਾਈ, ਇਹ ਸੰਸਾਰ ਵਿਣਸਨਹਾਰ ਹੈ। ਸੰਸਾਰ ਦੇ ਵਿੱਚ ਮਨੁੱਖ ਕੱਲਾ ਆਇਆ ਤੇ ਕੱਲੇ ਨੂੰ ਜਾਣਾ ਪੈਣਾ, ਭਾਵੇਂ 84 ਲੱਖ ਜੂਨਾਂ ਵਿੱਚ ਕੋਈ ਵੀ ਹੈ। ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਜੀ ਹੈ, ਜੰਤ ਹੈ, ਕੋਈ ਵੀ ਉਹਨੂੰ ਸੰਸਾਰ ਵਿੱਚੋਂ ਜਾਣਾ ਪੈਂਦਾ। ਜੇਕਰ ਆਪਾਂ ਕਵਾਂਗੇ ਕਿ ਫਲਾਣਾ ਮਨੁੱਖ ਫਲਾਣੇ ਦੀ ਮੌਤ ਮਰ ਜੇ, ਤੇ ਸਤਿਗੁਰੂ ਜੀ ਵੀ ਕਹਿੰਦੇ ਨੇ, ਕਹਿੰਦੇ ਨਹੀਂ ਏਦਾਂ ਨਹੀਂ ਹੋ ਸਕਦਾ। ਗੁਰਬਾਣੀ ਕਹਿੰਦੀ ਪੁੱਤ ਭਾਈ ਭਾਤੀਜੇ ਰੋਵੈ, ਰੋਵੈ ਪ੍ਰੀਤਮ ਪਿਆਰੇ, ਭੈ ਰੋਵੈ ਗੁਣਸਾਰ ਸਮਾਲੇ, ਕੋ ਮਰੇ ਨਾ ਮੋਇਆ ਨਾਲੇ। ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਸਭ ਰੋਂਦੇ ਨੇ, ਆਪੋ ਆਪਣੀਆਂ ਜੂਨਾਂ ਵਿੱਚ ਆਪੋ ਆਪਣੇ ਪਿਆਰੇ ਨੂੰ, ਭਾਵੇਂ ਕੋਈ ਪਸ਼ੂ ਹੈ, ਪੰਛੀ ਹੈ, ਜੀ ਜੰਤ ਹੈ, ਉਹ ਸੰਸਾਰ ਦੇ ਵਿੱਚ ਰੋਂਦੇ ਆ। ਸਤਿਗੁਰੂ ਜੀ ਕਹਿੰਦੇ ਅੱਜ ਤੱਕ ਕੋਈ ਵੀ ਕਿਸੇ ਦੀ ਮੌਤ ਮਰ ਨਹੀਂ ਸਕਿਆ, ਤੇ ਨਾ ਹੀ ਕੋਈ ਮਰਦਾ। ਪੈ ਰੋਵੇ ਗੁਣਸਾਰ ਸਮਾਲੇ, ਕੋ ਮਰੇ ਨਾ ਮੋਇਆ ਨਾਲੇ। ਮਰਿਆਂ ਦੇ ਨਾਲ ਕੋਈ ਮਰ ਵੀ ਨਹੀਂ ਸਕਦਾ, ਇਹ ਵੀ ਨਾਲ ਹੈ। ਉਸ ਵੇਲੇ ਸਤਿਗੁਰੂ ਜੀ ਨੇ ਉਹ ਦਿਲਬਾਗ ਘੋੜੇ ਦੇ ਜਾਨ ਭਾਈ ਦੇ ਸਰੀਰ ਤੇ ਹੱਥ ਮਾਰਿਆ, ਕੰਨ ਵਿੱਚ ਇਹ ਗੱਲ ਕਹੀ, ਤੇ ਜਿਹੜੀ ਸੁਰਤੀ ਸੀ, ਵਰਤੀ ਸੀ, ਸੋਚ ਵਿਚਾਰ ਸੀ ਦੂਜੇ ਸੁਹੇਲੇ ਘੋੜੇ ਨਾਲ, ਗੁਲਬਾਗ ਦੇ ਨਾਲ, ਉਹ ਸਾਰੀ ਕਹਿੰਦੇ ਦਿਲਬਾਗ ਘੋੜੇ ਦੇ ਮਨ ਦੇ ਵਿੱਚੋਂ ਵਿਸਰ ਗਿਆ। ਉਹ ਚੰਗਾ ਪਾਣੀ, ਘਾਹ, ਪੱਠਾ ਡੱਕਾ ਖਾਣ ਲੱਗ ਪਿਆ, ਰਾਜੀ ਹੋ ਗਿਆ। ਸਤਿਗੁਰੂ ਜੀ ਨੇ ਫਿਰ ਉਸ ਘੋੜੇ ਤੇ ਸਵਾਰੀ ਕੀਤੀ। ਇਧਰੋਂ ਇਸ ਨਗਰ ਤੋਂ ਚੱਲਣ ਵਾਸਤੇ ਗੁਰੂ ਜੀ ਤਿਆਰ ਹੋਏ ਨੇ। ਹੁਣ ਨਿਥਾਣਾ ਨਗਰ ਲੱਗ ਹੀ ਹੈ, ਕੋਲੇ ਹੈ, ਥੋੜੇ ਦੂਰੀ ਤੇ ਹੀ। ਉੱਥੇ ਇੱਕ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਰਹਿੰਦਾ, ਜਿਹਦਾ ਨਾਮ ਇਤਿਹਾਸ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਰਣਨ ਕਰਦੇ, ਕਹਿੰਦੇ ਕਾਲੂ ਨਾਥ ਕਰਕੇ ਵਰਣਨ ਕੀਤਾ। ਉਹ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ, ਇਹ ਕਹਿੰਦੇ ਕਾਲੂ ਨਾਥ ਨਾਮ ਦਾ ਇਹ ਸਿੱਖ ਹੈ। ਉਹਦਾ ਨਾਮ ਪਹਿਲਾਂ ਕੱਲਾ ਕਾਲੂ ਸੀ। ਇਹ ਕਾਲੂ ਦੇ ਕੋਲ ਕਹਿੰਦੇ ਬਹੁਤ ਰਿੱਧੀਆਂ ਸਦੀਆਂ ਪ੍ਰਾਪਤ ਹੋਈਆਂ ਨੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਹੁਕਮ ਕਰਕੇ ਭੇਜਿਆ, ਕਹਿੰਦੇ ਜਾਓ ਸਿੱਖੋ, ਇੱਥੇ ਇੱਕ ਸਾਡਾ ਸਿੱਖ ਰਹਿੰਦਾ ਹੈ ਇਸ ਨਗਰ ਦੇ ਵਿੱਚ, ਜਾ ਕੇ ਦੇਖ ਕੇ ਆਓ, ਪਰਖ ਕੇ ਆਓ ਉਹਦੇ ਕੋਲੇ ਰਿੱਧੀਆਂ ਸਦੀਆਂ ਹੈ ਜਾਂ ਨਹੀਂ, ਜਾਂ ਐਵੇਂ ਪਖੰਡ ਕਰਦਾ ਫਿਰਦਾ ਰਹਿੰਦਾ। ਗੁਰੂ ਪ੍ਰਮਾਤਮਾ ਦੀ ਉਹਦੇ ਤੇ ਬਖਸ਼ਿਸ਼ ਹੈ ਜਾਂ ਨਹੀਂ, ਜਾ ਕੇ ਦੇਖ ਕੇ ਆਓ। ਹੁਣ ਉਸ ਵੇਲੇ ਸਤਿਗੁਰੂ ਜੀ ਜੋਧ ਰਾਏ ਸਲੇਮ ਸ਼ਾਹ ਦੋਨਾਂ ਭਰਾਵਾਂ ਦੇ ਕਹਿਣ ਤੇ ਸਤਿਗੁਰੂ ਜੀ ਕਾਂਗੜ ਨਗਰ ਵਿਖੇ ਜਾ ਰਹੇ ਨੇ, ਤੇ ਨਾਲ ਜਾਂਦੇ ਜਾਂਦੇ ਕਾਲੂ ਇਸ ਸਿੱਖ ਦੀ ਕਹਿੰਦੇ ਪਰਖ ਕਰਨ ਲੱਗੇ ਨੇ। ਗੁਰੂ ਜੀ ਕਿਵੇਂ ਕਰਦੇ? ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਸਿੱਖ ਨੂੰ ਭੇਜਿਆ, ਜਾ ਭਾਈ ਸਿੱਖਾ ਜਾ ਕੇ ਆ,
ਉਹ ਕਾਲੂ ਸਿੱਖ ਦੀ ਪਹਿਲੇ ਤੇ ਪਰਖ ਕਰਕੇ ਆਈ, ਵੇਖੀ ਤੇ ਸਹੀ ਉਹ ਹੈ ਇੰਨੀ ਜੋਗਾ ਜੇ ਨਹੀਂ। ਕਈ ਦਫਾ ਕਈ ਮਨੁੱਖ ਉਦਾਂ ਦੀਆਂ ਗੱਲਾਂ ਕਰ ਲੈਂਦੇ ਨੇ, ਪਰ ਹੁੰਦੇ ਉਨੀ ਜੋਗੇ ਨਹੀਂ। ਉਨੀ ਉਹਨਾਂ 'ਚ ਤਾਕਤ, ਉਨੀ ਸਮਰੱਥਾ, ਉਨੀ ਗੱਲਬਾਤ ਨਹੀਂ ਹੁੰਦੀ। ਜਿਵੇਂ ਕਹਿੰਦੇ ਜਿਹੜੇ ਮਨੁੱਖ ਦੇ ਵਿੱਚ ਕੋਈ ਗੱਲਬਾਤ ਨਹੀਂ ਨਾ ਹੁੰਦੀ, ਉਹਨਾਂ ਗਿਆਨ ਨਹੀਂ ਹੁੰਦਾ, ਉਨੀ ਸਮਝ ਨਹੀਂ ਹੁੰਦੀ। ਉਹ ਬਹੁਤਾ ਜ਼ਿਆਦਾ ਮਨੁੱਖ ਉਨੀ ਹੀ ਆਪਣੇ ਵੱਲੋਂ ਇਹ ਗੱਲ ਨੂੰ ਸਾਬਤ ਕਰਨ ਵਿੱਚ ਵਾਸਤੇ ਵਿਅਸਤ ਹੋ ਜਾਂਦਾ, ਬਿਜੀ ਹੋ ਜਾਂਦਾ ਕਿ ਮੈਂ ਚੰਗਾ, ਮੇਰੇ ਵਿੱਚ ਆਹ ਗੁਣ ਹੈ, ਮੈਂ ਇਦਾਂ। ਉਹ ਇਦਾਂ ਕਰਕੇ ਪਖੰਡ ਦੇ ਆਧਾਰ ਤੇ ਹੀ ਕਹਿੰਦੇ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ, ਪਰ ਹੁੰਦਾ ਉਹਨੇ ਜੋਗਾ ਨਹੀਂ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਕੋਈ ਵੀ ਭਾਂਡਾ ਏ, ਕਹਿੰਦੇ ਜਦੋਂ ਖਾਲੀ ਹੁੰਦਾ, ਉਹ ਆਪਣਾ ਅੰਦਰੋਂ ਖਾਲੀ ਹੁੰਦਾ, ਉੱਤੇ ਹੱਥ ਮਾਰੀਏ ਤੇ ਐ ਟਣਕ ਕਰਕੇ ਆਵਾਜ਼ ਆਉਂਦੀ ਹੈ। ਖਾਲੀ ਵਿੱਚ ਜਿਹਦੇ ਵਿੱਚ ਕੁਝ ਹੈ ਹੀ ਨਹੀਂ, ਖਾਲੀ ਹੈ, ਜਿਹੜਾ ਕੋਈ ਸਮਰੱਥਾ ਦੇ ਲਾਇਕ ਨਹੀਂ ਹੈ, ਉਹਦੇ ਵਿੱਚੋਂ ਆਵਾਜ਼ ਟਣ ਟਣ ਦੀ ਆਉਂਦੀ ਹੈ। ਉਹੀ ਭਾਂਡਾ ਕਿਸੇ ਵਸਤੂ ਨਾਲ ਭਰ ਲਈਏ, ਉਹਦੇ ਵਿੱਚ ਸ਼ੁਭ ਵਸਤੂ ਭਰੀ ਜਾਵੇ ਤੇ ਕਹਿੰਦੇ ਉਸੇ ਭਾਂਡੇ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਉਹ ਭਾਂਡਾ ਬੋਲਣੋਂ ਬੰਦ ਕਰ ਦਿੰਦਾ, ਆਵਾਜ਼ ਨਹੀਂ ਆਉਂਦੀ ਉਹਦੇ 'ਚ। ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਕਈ ਦਫਾ ਕਈ ਮਨੁੱਖ ਏਦਾਂ ਸਾਬਤ ਕਰਨਾ ਚਾਹੁੰਦੇ ਕਿ ਅਸੀਂ ਇਸ ਗੱਲ ਦੇ ਲਾਇਕ, ਪਰ ਹੁੰਦੇ ਨਹੀਂ। ਸਤਿਗੁਰੂ ਜੀ ਕਹਿੰਦੇ ਹੁਣ ਪਰਖ ਕੇ ਦੇਖੋ, ਕਾਲੂ ਖਾਲੀ ਹੈ ਜਾਂ ਖਾਲੀ ਭਾਂਡਾ ਬੋਲੀ ਜਾਂਦਾ, ਜਾਂ ਕੁਝ ਹੈ ਵੀ ਉਹਦੇ ਪੱਲੇ, ਜਾਓ ਜਾ ਕੇ ਦੇਖ ਕੇ ਆਓ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕਹਿਣ ਤੇ ਉਹ ਸਿੱਖ ਚਲੇ ਗਏ। ਜਾ ਕੇ ਕਹਿੰਦੇ ਉਹਨਾਂ ਨੇ ਵਿਚਾਰ ਕੀਤੀ ਕਿ ਕਾਲੂ ਦੀ ਪਰਖ ਕਿਵੇਂ ਕਰੀਏ। ਵਿਚਾਰ ਕੀਤੀ, ਕਹਿੰਦੇ ਕਾਲੂ ਦੀ ਪਰਖ ਕਿਵੇਂ ਕੀਤੀ ਜਾਵੇ। ਉਹਨਾਂ ਨੇ ਵਿਚਾਰ ਕੀਤੀ, ਕਹਿੰਦੇ ਇਹਦੇ ਕੋਲ ਇੱਕ ਚਿੱਟੇ ਰੰਗ ਦੀ ਗਾਂ ਏ, ਆਪਾਂ ਮਨ ਵਿੱਚ ਧਾਰ ਕੇ ਚੱਲਨੇ ਆ। ਜੇਕਰ ਕਾਲੂ ਸਾਨੂੰ ਚਿੱਟੇ ਰੰਗ ਦੀ ਗਾਂ ਦਾ ਤਾਜ਼ਾ ਦੁੱਧ ਚੋ ਕੇ ਸਾਨੂੰ ਛਕਾਵੇਗਾ ਤੇ ਅਸੀਂ ਸਮਝ ਲਵਾਂਗੇ ਕਾਲੂ ਦੇ ਕੋਲ ਬਖਸ਼ਿਸ਼ ਰਹਿਮਤ ਹੈ। ਗਏ, ਜਾ ਕੇ ਨਮਸਕਾਰ ਕਰਕੇ ਬਹਿ ਗਏ। ਕੋਈ ਲੋਕ ਵੀ ਉੱਥੇ ਬੈਠੇ ਸਨ ਕੁਝ ਤੇ ਇਹਨਾਂ ਨੇ ਜਦੋਂ ਜਾ ਕੇ ਮਨ ਵਿੱਚ ਹੀ ਗੱਲ ਰੱਖੀ ਤੇ ਕਾਲੂ ਨੇ ਇਸ ਗੱਲ ਦਾ ਪਤਾ ਲੱਗਿਆ। ਉਹਨੇ ਉੱਠ ਕੇ ਗਾਂ ਦਿਖਾਈ, ਕਹਿੰਦੇ ਆਹ ਗਾਂ ਏ ਜਿਹਦਾ ਤੁਹਾਨੂੰ ਅਸੀਂ ਦੁੱਧ ਚੋਕ ਕੇ ਛਕਾਉਣਾ ਏ। ਉਹਨੇ ਉਸੇ ਤਰ੍ਹਾਂ ਕੀਤਾ, ਛਕਾਇਆ ਗਰਮ ਕਰਕੇ। ਸਿੱਖਾਂ ਨੂੰ ਤ੍ਰਿਪਤ ਹੋਏ, ਬੜੇ ਖੁਸ਼ ਹੋਏ, ਕਹਿੰਦੇ ਵਾਕਈ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੈ ਕਾਲੂ ਕੋਲ। ਤੇ ਜਿਹਦੇ ਕੋਲ ਬਖਸ਼ਿਸ਼ ਰਹਿਮਤ ਹੈ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ, ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਗੁਰਬਾਣੀ ਕਹਿੰਦੀ, ਭਗਤ ਕਬੀਰ ਜੀ ਦੱਸਦੇ, ਕਹਿੰਦੇ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਦੇਖ ਕੇ ਪਤਾ ਲੱਗ ਜਾਂਦਾ ਕਿਹੜਾ ਮਨੁੱਖ ਕਿਹਦੇ ਬਖਸ਼ਿਸ਼ ਰਹਿਮਤ ਦੇ ਲਾਇਕ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਉਚਾਰਨ ਦੀ ਲੋੜ ਹੀ ਨਹੀਂ ਪੈਂਦੀ। ਕਾਲੂ ਕੋਲ ਹਿਰਦੀਆਂ ਸਦੀਆਂ ਬਖਸ਼ਿਸ਼ਾਂ ਰਹਿਮਤਾਂ ਸਨ। ਉਸ ਵੇਲੇ ਪਤਾ ਲੱਗਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨਜ਼ਦੀਕ ਹੈ। ਤੇਰੇ ਨਗਰ ਤੋਂ ਬਾਹਰ ਸਤਿਗੁਰੂ ਜੀ ਡੇਰਾ ਲਾ ਕੇ ਬੈਠੇ ਆ, ਚੱਲ ਸਤਿਗੁਰੂ ਦੇ ਦਰਸ਼ਨ ਕਰ, ਸਤਿਗੁਰੂ ਜੀ ਤੈਨੂੰ ਮਿਲਣਾ ਚਾਹੁੰਦੇ ਆ। ਕਾਲੂ ਨੇ ਕਹਿੰਦੇ 2 ਘੜੇ ਦੁੱਧ ਦੇ ਤਿਆਰ ਕੀਤੇ, ਇੱਕ ਆਪ ਚੁੱਕ ਲਿਆ, ਇੱਕ ਇਹਦਾ ਚੇਲਾ ਬਾਲਕਾ ਸੀ ਉਹਨੂੰ ਨਾਲ ਲੈ ਲਿਆ। ਦੋਨੋਂ ਜਣੇ ਚਲੇ ਗਏ। ਜਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਦੁੱਧ ਦੀ ਸੇਵਾ ਕੀਤੀ। ਸਤਿਗੁਰੂ ਜੀ ਦੁੱਧ ਛਕਦੇ ਨੇ, ਨਾਲ ਦੀ ਨਾਲ ਕਾਲੂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕਰਦੇ। ਗੁਰੂ ਸਤਿਗੁਰੂ ਜੀ ਕਹਿੰਦੇ, ਭਾਈ ਕਾਲੂ ਜੀ ਅੱਜ ਤੋਂ ਬਾਅਦ ਤੂੰ ਕੱਲਾ ਕਾਲੂ ਨਹੀਂ, ਕਾਲੂ ਨਾਥ ਹੋ ਗਿਆ। ਭਾਈ ਕਾਲੂ ਨੂੰ ਜਦੋਂ ਇਦਾਂ ਕਿਹਾ, ਉਹ ਕਹਿੰਦਾ ਸਤਿਗੁਰੂ ਜੀ ਨਾ ਜੀ, ਮੇਰੇ ਵਿੱਚ ਇੰਨੀ ਸਮਰੱਥਾ ਕਿੱਥੇ, ਮੈਂ ਕਿੱਥੇ ਏਡੀ ਵੱਡੀ ਬਖਸ਼ਿਸ਼ ਰਹਿਮਤ ਦੇ ਲਾਇਕ ਹਾਂ, ਮੈਂ ਨਾਥ ਕਿਵੇਂ ਬਣ ਸਕਦਾ। ਨਹੀਂ, ਉਹ ਜਿਉਂ-ਜਿਉਂ ਨਿਮਰਤਾ ਧਾਰੇ ਤਿਉਂ-ਤਿਉਂ ਸਤਿਗੁਰੂ ਜੀ ਉਪਦੇਸ਼ ਉਚਾਰਨ ਕਰਨ, ਉੱਤੇ ਵੱਡੀਆਂ ਬਖਸ਼ਿਸ਼ਾਂ ਕਰਨ।
ਸਤਿਗੁਰੂ ਜੀ ਕਹਿੰਦੇ ਆ ਨਿਮਰਤਾ ਦੇ ਨਾਲ ਹੀ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ। ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਗੁਰੂ ਅੰਗਦ ਦੇ ਮਹਾਰਾਜ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ, ਨਿਮਰਤਾ ਦੇ ਨਾਲ ਹੀ ਪ੍ਰਾਪਤ ਕੀਤੀ। ਨਹੀਂ ਤੇ ਸਤਿਗੁਰ ਦੇ ਦੋ ਪੁੱਤਰ ਸਨ, ਸਤਿਕਾਰਯੋਗ ਸ਼੍ਰੀ ਚੰਦ ਜੀ, ਸਤਿਕਾਰਯੋਗ ਲਖਮੀ ਦਾਸ ਜੀ। ਪਰ ਗੁਰੂ ਸਤਿਗੁਰ ਨੇ ਨਿਮਰਤਾ ਦੇ ਨਾਲ ਆਪਣੇ ਸੇਵਕ ਨੂੰ ਉੱਚ ਪਦਵੀ ਪ੍ਰਦਾਨ ਕੀਤੀ ਹੈ। ਨਿਮਰਤਾ ਵੇਖ ਕੇ, ਸੇਵਾ ਭਾਵਨਾ ਵੇਖ ਕੇ। ਲੈ ਭਾਈ ਕਾਲੂ, ਜੇਕਰ ਸਤਿਗੁਰਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ ਤੇ ਨਿਮਰਤਾ ਦੇ ਨਾਲ ਹੀ ਪ੍ਰਾਪਤ ਕੀਤੀ। ਜੇ ਨਿਮਰਤਾ ਤੇਰੇ ਕੋਲ ਹੈ ਤੇ ਅਸੀਂ ਤੈਨੂੰ ਬਖਸ਼ਿਸ਼ਾਂ ਰਹਿਮਤਾਂ ਵਰਤਾਉਨੇ ਆ। ਤੂੰ ਨਾਥਾਂ ਦਾ ਨਾਥ ਹੈ, ਇਹ ਤੋਂ ਵੀ ਉੱਚੀ ਪਦਵੀ ਤੈਨੂੰ ਪ੍ਰਦਾਨ ਕਰਨੇ ਆ। ਸਤਿਗੁਰੂ ਜੀ ਨੇ ਇਦਾਂ ਹੁਕਮ ਕੀਤਾ। ਉਸ ਵੇਲੇ ਉਹਨੂੰ ਇੰਨਾ ਗਿਆਨ ਪ੍ਰਾਪਤ ਹੋ ਗਿਆ ਕਾਲੂ ਨਾਥ ਨੂੰ। ਉਹ ਸੰਸਾਰ ਦੇ ਵਿੱਚ ਆਉਣ ਜਾਣ, ਜੰਮਣ ਮਰਨ, ਅੱਗੇ ਪਿੱਛੇ ਸਾਰੀ ਸੋਝੀ ਪ੍ਰਾਪਤ ਕਰ ਲਈ ਉਹਨੇ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ, ਕਹਿੰਦੇ ਉਹਨੂੰ ਸਾਰਾ ਗਿਆਨ ਹੋ ਗਿਆ। ਉਸ ਵੇਲੇ ਕਾਲੂ ਨਾਥ ਦੇ ਨਾਲ ਇੱਕ ਇਹਦਾ ਚੇਲਾ ਬਾਲਕ ਆਇਆ ਦੁੱਧ ਲੈ ਕੇ। ਸਤਿਗੁਰੂ ਜੀ ਨੇ ਦੁੱਧ ਛਕਦੇ ਛਕਦੇ ਕਾਲੂ ਨਾਥ ਦੇ ਚੇਲੇ ਬਾਲਕੇ ਨੂੰ ਆਪਣਾ ਸੀਤ ਪ੍ਰਸਾਦ ਦਿੱਤਾ ਦੁੱਧ ਦਾ। ਸਤਿਗੁਰੂ ਜੀ ਕਹਿੰਦੇ ਉਹ ਆਪਣਾ ਬੁੱਕ ਕਰ। ਬੁੱਕ ਉਹਨੇ ਕੀਤਾ, ਲੈ ਦੁੱਧ ਛਕ ਲਾ। ਦੁੱਧ ਛਕਿਆ ਸਤਿਗੁਰੂ ਜੀ ਦੇ ਸੀਤ ਪ੍ਰਸਾਦ ਦਾ। ਉਸ ਵੇਲੇ ਉਸ ਬਾਲਕੇ ਨੂੰ ਵੀ ਬੜਾ ਗਿਆਨ ਹੋ ਗਿਆ। ਉਹਨੂੰ ਵੀਰ ਦੀਆਂ ਸਦੀਆਂ ਪ੍ਰਾਪਤ ਹੋ ਗਈਆਂ, ਗਿਆਨ ਪ੍ਰਾਪਤ ਹੋ ਗਿਆ। ਉਸ ਵੇਲੇ ਕੋਲੇ ਕਾਲੂ ਨਾਥ ਖਲੋਤਾ ਸੀ। ਉਹਨੇ ਵਿਚਾਰ ਕੀਤੀ, ਕਹਿੰਦੇ ਵਾਕਈ ਇਹਦੇ ਕਿਰਪਾ ਰਹਿਮਤ ਵਰਤ ਗਈ ਗੁਰੂ ਨਾਨਕ ਦੇ ਮਹਾਰਾਜ ਦੀ ਜਾਂ ਨਹੀਂ। ਉਹਨੇ ਪਰਖ ਕੇ ਦੇਖਿਆ, ਕਹਿੰਦੇ ਆਉਂ ਦੱਸ ਵੀ ਜੇ ਤੇ ਤੇਰੇ ਤੇ ਸਤਿਗੁਰ ਦੀ ਬਖਸ਼ਿਸ਼ ਵਰਤ ਗਈ ਹੈ, ਫਿਰ ਤੇ ਤੂੰ ਇਹ ਦੱਸ ਜਿਹੜੇ ਅਗਲੇ ਗੁਰੂ ਸਾਹਿਬ ਜੀ ਹੋਣਗੇ ਉਹਨਾਂ ਬਾਰੇ ਗਿਆਨ ਦੱਸੋ, ਕਿੱਥੇ ਆ, ਕੀ ਕਰਦੇ ਆ, ਕਿਵੇਂ ਵਿਚਾਰ ਕਰਦੇ ਆ। ਜਿਹੜੇ ਸੱਤਵੇਂ ਗੁਰੂ ਹੋਣਗੇ ਉਸ ਵੇਲੇ ਉਹਨੇ ਦੱਸ ਦਿੱਤਾ। ਕਹਿੰਦੇ ਜੀ ਸੱਤਵੇਂ ਗੁਰੂ ਇਦਾਂ ਦੇ ਹੋਣਗੇ, ਆਏ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕਰਨਗੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਾਰ ਦੇ ਗ੍ਰਹਿ ਦੇ ਵਿੱਚੋਂ ਹੀ ਕਹਿੰਦੇ ਉਹਨਾਂ ਦੀ ਜਿਹੜੇ ਗੁਰਤਾ ਗੱਦੀ ਪ੍ਰਾਪਤ ਹੋਵੇਗੀ, ਪ੍ਰਗਟ ਹੋਣਗੇ। ਉਹ ਜਦੋਂ ਇਹ ਸਾਰੀ ਗੱਲ ਦੱਸ ਦਿੱਤੀ, ਕਾਲੂ ਨਾਥ ਨੂੰ ਪਤਾ ਲੱਗ ਗਿਆ ਕਿ ਬਾਕੀ ਇਦਾਂ ਹੋਣਾ। ਕਹਿੰਦੇ ਇਹਦੇ ਤੇ ਛੋਟੀ ਉਮਰ ਦੇ ਵਿੱਚ ਹੀ ਏਡੀ ਵੱਡੀ ਬਖਸ਼ਿਸ਼ ਰਹਿਮਤ ਹੋ ਗਈ ਹੈ, ਇਹ ਤੇ ਚੰਗੀ ਗੱਲ ਨਹੀਂ। ਉਸ ਵੇਲੇ ਕਾਲੂ ਨਾਥ ਨੇ ਉਹ ਬੱਚੇ ਦੇ ਬਾਲਕੇ ਦੇ ਆਪਣੇ ਚੇਲੇ ਦੇ ਸਿਰ ਤੇ ਹੱਥ ਰੱਖ ਕੇ ਰਦੀਆਂ ਸਦੀਆਂ ਸਾਰੀਆਂ ਵਾਪਸ ਲੈ ਲਈਆਂ, ਖੋਹ ਲਈਆਂ ਨੇ। ਇਉਂ ਖੋਹ ਲਈਆਂ, ਉਹਦੇ ਵਿੱਚੋਂ ਪ੍ਰਾਪਤ ਕਰ ਲਈਆਂ। ਜਿਵੇਂ ਕਹਿੰਦੇ ਕਿਸੇ ਖੋਲ ਦੇ ਵਿੱਚ, ਜਿਵੇਂ ਕਿਸੇ ਪਾਈਪ ਨੂੰ ਲਾ ਕੇ ਕਿਸੇ ਭਾਂਡੇ ਵਿੱਚੋਂ ਪਾਣੀ ਖਿੱਚ ਲਿਆ ਜਾਂਦਾ ਨਾ, ਇਦਾਂ ਖਿੱਚ ਲੀਆਂ ਰਦੀਆਂ ਸਦੀਆਂ ਆਉਂਦੀਆਂ। ਤੇ ਸਤਿਗੁਰੂ ਜੀ ਨੂੰ ਕੋਲੇ ਪਤਾ ਲੱਗ ਗਿਆ। ਉਸ ਵੇਲੇ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਕਾਲੂ ਨਾਥ ਇੰਨਾ ਕੁ ਮਾਣ ਹੰਕਾਰ ਵਾਲਾ ਹੋ ਗਿਆ ਰਦੀਆਂ ਸਦੀਆਂ ਲੈ ਕੇ ਕਿ ਇਹਦੇ ਤੋਂ ਇਸ ਬਾਲਕੇ ਦੀਆਂ ਵੀ ਨਹੀਂ ਰਦੀਆਂ ਸਦੀਆਂ ਜਰੀਆਂ ਗਈਆਂ। ਤੇ ਸਤਿਗੁਰੂ ਜੀ ਨੇ ਉਸ ਵੇਲੇ ਵਿਚਾਰ ਕੀਤੀ, ਕਹਿੰਦੇ ਕਾਲੂ ਨਾਥ ਜੇਕਰ ਆ ਬਾਲਕੇ ਦੀ ਕੋਈ ਰਿਦੀ ਸਦੀ ਨੇ ਨਾ ਰਹਿਣ ਦਿੱਤੀ ਤੇ ਰਹਿਣ ਤੇਰੇ ਕੋਲ ਵੀ ਨਹੀਂ ਦੇਣੀ ਅਸੀਂ। ਜੇ ਇਹੀ ਹਾਲ ਰਿਹਾ ਤੇ ਤੂੰ ਲੋਕਾਂ ਨੂੰ ਅਨੇਕ ਪ੍ਰਕਾਰ ਦੇ ਦੁੱਖ ਦੇਵੇਂਗਾ, ਅਨੇਕ ਪ੍ਰਕਾਰ ਦਾ ਇਸ ਰਿਦੀ ਸਦੀ ਦਾ ਗਲਤ ਇਸਤੇਮਾਲ ਕਰੇਗਾ। ਸਤਿਗੁਰੂ ਨੇ ਸੁਭਾਵਕ ਵਚਨ ਕਹਿ ਦਿੱਤੇ, ਚੰਗਾ ਭਾਈ, ਜਿਹੜਾ ਭਾਂਡਾ ਕੋਈ ਬਹੁਤਾ ਭਰ ਜਾਵੇ ਉਹਨੂੰ ਉਛਲਣਾ ਪੈਂਦਾ। ਭਾਂਡੇ ਨੂੰ ਉਹਦੇ ਵਿੱਚ ਵਸਤੂ ਪਾਈ ਜਾਈਏ ਪਹਿਲਾਂ ਹੀ ਭਰਿਆ ਹੋਵੇ ਤੇ ਭਾਂਡਾ ਛੇਤੀ ਉਛਲ ਜਾਂਦਾ। ਇਸ ਕਰਕੇ ਤੇਰੇ ਵਿੱਚ ਥੋੜੀ ਜੀ ਰਿਦੀ ਸਦੀ ਪਹਿਲਾਂ ਸੀ, ਕੁਝ ਕਸੀ ਤੈਨੂੰ ਬਖਸ਼ ਦਿੱਤੀ। ਤੇ ਜਿਹੜੀ ਆ ਬਾਲਕੇ ਦੀ ਸੀ ਇਹਦੀ ਵੀ ਰਿਦੀ ਸਦੀ ਲੈ ਲਈ ਤੂੰ। ਹੁਣ ਤੇਰੇ ਰਿਦੀਆਂ ਸਦੀਆਂ ਵਾਲਾ ਭਾਂਡਾ ਉਛਲ ਗਿਆ, ਇਹ ਭਾਂਡਾ ਭਰ ਚੁੱਕਿਆ। ਕਹਿੰਦੇ ਫਿਰ ਇਦਾਂ ਹੈ ਵੀ ਚੰਗਾ ਨਹੀਂ। ਸਤਿਗੁਰੂ ਜੀ ਨੇ ਉਸ ਵੇਲੇ ਸੁਭਾਵਕ ਵਚਨ ਕਹਿ ਦਿੱਤੇ, ਕਹਿੰਦੇ ਚੰਗਾ ਫਿਰ ਜੇ ਰਿਦੀ ਸਦੀ ਤੂੰ ਬਾਲਕੇ ਦੀ ਨਹੀਂ ਰਹਿਣ ਦਿੱਤੀ, ਰਹਿਣ ਤੇਰੀ ਵੀ ਨਹੀਂ ਦਿੰਦੇ। ਇਹ ਵਚਨ ਕਹਿ ਦਿੱਤਾ।
ਸੁਭਾਵਕ ਹੀ ਕਹਿੰਦੇ ਉਹ ਕਾਲੂ ਨਾਥ ਉਸ ਵੇਲੇ ਰਿੱਧੀਆਂ ਸਦੀਆਂ ਤੋਂ ਵਾਂਝਾ ਰਹਿ ਗਿਆ। ਉਸੇ ਤਰ੍ਹਾਂ ਨਾਰਮਲੀ ਆਮ ਮਨੁੱਖਾਂ ਵਾਂਗੂ ਜੀਵਨ ਬਤੀਤ ਕਰ ਲੱਗਿਆ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇਦਾਂ ਕਰਕੇ ਕਾਲੂ ਨਾਥ ਦੀ ਪਰਖ ਕੀਤੀ। ਜਦੋਂ ਪਤਾ ਲੱਗਿਆ ਕਿ ਇਸ ਲਾਇਕ ਨਹੀਂ ਇਹ, ਤੇ ਸਭ ਕੁਝ ਸਤਿਗੁਰੂ ਜੀ ਨੇ ਵਾਪਸ ਲੈ ਲਿਆ। ਸੰਸਾਰ ਦੇ ਵਿੱਚ ਕਈ ਦਫਾ ਇਦਾਂ ਦੀ ਵਿਚਾਰ ਹੁੰਦੀ, ਕਹਿੰਦੇ ਨੇ ਨਾ ਤੇ ਕੋਈ ਸੇਵਾ ਕੀਤੀ ਹੈ, ਨਾ ਕੋਈ ਸਿਮਰਨ ਕੀਤਾ ਬਹੁਤਾ, ਨਾ ਕੋਈ ਸੰਗਤ ਕੀਤੀ ਹੈ, ਪਰ ਇਹਦੇ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਆ ਕੇਵਲ ਦੁੱਧ ਦੀ ਸੇਵਾ ਕਰਨ ਕਾਰਨ ਕਰਕੇ, ਨਿਮਰਤਾ ਧਾਰਨ ਕਰਕੇ ਇਹ ਬਖਸ਼ਿਸ਼ ਰਹਿਮਤ ਹੋਣ ਲੱਗੀ ਸੀ। ਪਰ ਇਹਨੇ ਇਹ ਸਭ ਕੁਝ ਕਹਿੰਦੇ ਆਪਣੇ ਮਾਣ ਆਪਣੇ ਹੰਕਾਰ ਕਰਕੇ ਗਵਾ ਲਿਆ। ਸੰਸਾਰ ਵਿੱਚ ਇਦਾਂ ਹੁੰਦਾ, ਕਈ ਦਫਾ ਸਤਿਗੁਰੂ ਜੀ ਸੁਭਾਵਕ ਹੀ ਸਾਨੂੰ ਉਦਾਂ ਦੀ ਪਦਵੀ ਪ੍ਰਦਾਨ ਕਰ ਦਿੰਦੇ ਨੇ, ਕੋਈ ਸਾਡਾ ਚੰਗਾ ਕਰਮ ਦੇਖ ਕੇ, ਪਰ ਕਈ ਦਫਾ ਅਸੀਂ ਉਨੇ ਲਾਇਕ ਨਹੀਂ ਹੁੰਦੇ। ਸਤਿਗੁਰੂ ਜੀ ਫਿਰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਬਲ ਵਿਲੇਮ ਪਾ ਕੇ ਉਹ ਵਾਪਸ ਲੈ ਲੈਂਦੇ ਨੇ। ਹੁਣ ਜਿਵੇਂ ਤੁਰਕਾਂ ਤੋਂ ਰਾਜ ਭਾਗ ਵਾਪਸ ਲੈ ਕੇ ਸਿੱਖਾਂ ਨੂੰ ਪ੍ਰਦਾਨ ਕਰਨਾ ਚਾਹੁੰਦੇ ਆ, ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਸਮੇਂ ਇਹਨਾਂ ਨੂੰ ਇਹ 7 ਬਾਦਸ਼ਾਹੀਆਂ ਪ੍ਰਾਪਤ ਹੋਈਆਂ ਨੇ, ਔਰੰਗਜ਼ੇਬ ਬਾਦਸ਼ਾਹ ਤੱਕ। ਤੇ ਹੁਣ ਇਹ 7 ਬਾਦਸ਼ਾਹੀਆਂ ਸਤਿਗੁਰੂ ਜੀ ਨੇ ਕਿਵੇਂ ਨਾ ਕਿਵੇਂ ਉਹ ਵਿਚਾਰ ਬਣਾ ਕੇ 7 ਸੀਸ ਬਲੀਦਾਨ ਦੇ ਕੇ ਇਹ ਵਾਪਸ 7 ਦੀਆਂ 7 ਬਾਦਸ਼ਾਹੀਆਂ ਲੈ ਕੇ ਸਿੱਖਾਂ ਵਿੱਚ ਪ੍ਰਦਾਨ ਕਰਨੀਆਂ, ਆਪਣੇ ਸੇਵਕਾਂ ਦੇ ਵਿੱਚ ਨਿਸ਼ਾਵਰ ਕਰਨੀਆਂ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਦਾਂ ਕਈ ਦਫਾ ਇਹ ਵਿਚਾਰ ਹੋ ਜਾਂਦੀ ਸੁਭਾਵਿਕ ਸੰਸਾਰ ਦੇ ਵਿੱਚ, ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਇਦਾਂ ਕਾਲੂ ਨਾਥ ਤੋਂ ਵੀਰ ਦੀਆਂ ਸਦੀਆਂ ਵਾਪਸ ਲੈ ਲਈਆਂ। ਕਹਿੰਦੇ ਜੋਗ ਨਹੀਂ ਭਾਈ ਤੂੰ ਇਹਨਾਂ ਦੇ, ਤੇਰੇ ਵਿੱਚ ਉਨੀ ਸਮਰੱਥਾ ਨਹੀਂ ਕਿ ਇਹਨਾਂ ਨੂੰ ਸੰਭਾਲ ਸਕੇ। ਸੰਸਾਰ ਦੇ ਵਿੱਚ ਕਹਿੰਦੇ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ ਵਚਨ ਕਰਿਆ ਕਰਦੇ ਸਨ, ਕਹਿੰਦੇ ਸੰਸਾਰ ਵਿੱਚ ਸਭ ਤੋਂ ਔਖੀ ਇਹ ਵਿਚਾਰ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਬਖਸ਼ਿਸ਼ ਰਹਿਮਤ ਕਿਵੇਂ ਪ੍ਰਾਪਤ ਕਰਨੀ। ਜੇ ਪ੍ਰਾਪਤ ਹੋ ਗਈ, ਉਸ ਤੋਂ ਔਖੀ ਹੈ ਉਹ ਬਖਸ਼ਿਸ਼ ਰਹਿਮਤ ਪ੍ਰਾਪਤ ਸੰਭਾਲਣੀ। ਸੰਭਾਲਣੀ ਬਹੁਤ ਔਖੀ ਹੈ, ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਸੰਭਾਲਣਾ, ਇਹ ਪ੍ਰਾਪਤ ਕਰਨਾ ਬਹੁਤ ਔਖਾ ਹੈ। ਇਹਦੇ ਪਰਮਾਤਮਾ ਦੀ ਕਿਰਪਾ ਰਹਿਮਤ ਹੁੰਦੀ। ਜਿਵੇਂ ਕਹਿੰਦੇ ਆਮ ਕਹਿ ਦਿੰਦੇ ਸਿਆਣੇ ਲੋਕ, ਕਹਿੰਦੇ ਛੇਰਣੀ ਦਾ ਦੁੱਧ ਹੈ ਨਾ ਜਿਹੜਾ, ਆਮ ਭਾਂਡੇ ਵਿੱਚ ਟਿਕਦਾ ਨਹੀਂ, ਉਹਦੇ ਵਾਸਤੇ ਸਪੈਸ਼ਲ ਉਦਾਂ ਦਾ ਕੋਈ ਭਾਂਡਾ, ਉਦਾਂ ਦਾ ਬਰਤਨ ਰਹਿੰਦਾ ਏ। ਇਸੇ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਦੀ ਬਖਸ਼ਿਸ਼ ਹੈ ਨਾ ਜਿਹੜੀ, ਆਮ ਸਰੀਰ ਦੇ ਵਿੱਚ ਰਹਿੰਦੀ ਨਹੀਂ, ਉਹ ਪ੍ਰਾਪਤ ਨਹੀਂ ਹੋ ਸਕਦੀ। ਜੇ ਪ੍ਰਾਪਤ ਹੋ ਜਾਵੇ ਤੇ ਬਹੁਤ ਸਮਾਂ ਟਿਕਦੀ ਵੀ ਨਹੀਂ। ਫਿਰ ਕਾਲੂ ਨਾਥ ਦੀ ਤਰ੍ਹਾਂ ਵਾਪਸ ਲਈ ਜਾਂਦੀ ਹੈ, ਖੁੱਸ ਜਾਂਦੀ ਚਲੀ ਜਾਂਦੀ ਹੈ। ਇਹਦੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰਨ, ਉਦਾਂ ਦੀ ਨਿਮਰਤਾ ਬਖਸ਼ਣ, ਸਮਰੱਥਾ ਬਖਸ਼ਣ, ਫੇਰ ਆਨੰਦ ਪ੍ਰਾਪਤ ਹੁੰਦਾ। ਫੇਰ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਫਿਰ ਤੇ ਅੱਗੇ ਖਾਵੋ ਖਰਚ ਹੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧਦੋਂ ਜਾਈ। ਫਿਰ ਤੇ ਜਿੰਨਾ ਮਰਜੀ ਖਜ਼ਾਨਾ ਭਰਿਆ ਰਲ ਮਿਲ ਕੇ ਕਹਿੰਦੇ ਇਸਤੇਮਾਲ ਕਰੀ ਜਾਈਏ, ਮੁੱਕਦਾ ਨਹੀਂ, ਖਤਮ ਨਹੀਂ ਹੁੰਦਾ, ਵੱਧਦਾ ਜਾਂਦਾ ਦਿਨੋਂ ਦਿਨ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤਦੀ ਹੈ, ਬਖਸ਼ਿਸ਼ ਰਹਿਮਤ ਹੁੰਦੀ ਇਦਾਂ। ਤਾਂ ਤੇ ਆਓ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਗੁਰੂ ਚਰਨਾਂ ਵਿੱਚ ਵਿਚਾਰ ਕਰਦਿਆਂ, ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ तमाम ਗਲਤੀਆਂ, ਖਰਵਾਦਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨ, ਅੱਗੇ ਤੋਂ ਸਮਤ ਬਖਸ਼ਣ, ਬਾਣੀ ਪੜਨ ਦੀ, ਸੇਵਾ ਸਿਮਰਨ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਆਪ ਸੰਗਤ ਨੂੰ ਸਤਿਗੁਰੂ ਜੀ ਦਰ ਕਰ ਦੇ ਨਾਲ ਜੋੜਨ। ਐਸੀ ਕਿਰਪਾ ਰਹਿਮਤ ਸਤਿਗੁਰੂ ਜੀ ਸਭ ਤੇ ਵਰਤਾ ਦੇਣ। ਤਾਤੇ ਆਓ ਪਿਆਰੀ ਸੰਗਤ ਜੀਓ, ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਇਸ
ਨਗਰ ਤੋਂ ਨਿਥਾਣੇ ਨਗਰ ਤੋਂ ਚੱਲ ਕੇ ਕਾਂਗੜ ਨਗਰ ਵਿਖੇ ਕਿਵੇਂ ਪਹੁੰਚਦੇ ਆ, ਕਿਵੇਂ ਜਾ ਕੇ ਉੱਥੇ ਬਖਸ਼ਿਸ਼ ਰਹਿਮਤ ਵਰਤਾਉਂਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।